ਸ਼੍ਰੀ ਅਕਾਲ। ਅੱਜ ਅਸੀਂ ਜਰਨਲ ਇਨਫੋ ਤੇ ਤੁਹਾਡੇ ਨਾਲ ਰੌਬਰਟ ਟੀ ਕਿਓਸਾਕੀ ਦੀ ਬੈਸਟ ਬੁੱਕ ਦਾ ਬਿਜ਼ਨਸ ਆਫ ਦਾ 21st ਸੈਂਚੁਰੀ ਦਾ ਪੰਜਾਬੀ ਅਨੁਵਾਦ ਪੇਸ਼ ਕਰ ਰਹੇ ਹਾਂ। ਰੌਬਰਟ ਟੀ ਕਿਓਸਾਕੀ ਉਹੀ ਵਿਅਕਤੀ ਹੈ ਜਿਨ੍ਹਾਂ ਨੇ ਰਿਚ ਡੈਡ ਪੂਅਰ ਡੈਡ ਸੀਰੀਜ਼ ਦੀ ਇੱਕ ਤੋਂ ਵੱਧ ਇੱਕ ਬੈਸਟ ਸੈਲਿੰਗ ਬੁੱਕਸ ਲਿਖੀਆਂ ਹਨ। ਇਸ ਕਿਤਾਬ ਨੂੰ ਧਿਆਨ ਨਾਲ ਸੁਣੋ, ਸਮਝੋ, ਕਿਉਂਕਿ ਇਸ ਕਿਤਾਬ ਵਿੱਚ 21ਵੀਂ ਸਦੀ ਦੇ ਬਿਜ਼ਨਸ, ਨੈਟਵਰਕ ਮਾਰਕੀਟਿੰਗ, ਡਾਇਰੈਕਟ ਸੇਲਿੰਗ ਵਿੱਚ ਸਫਲ ਹੋਣ ਦਾ ਫਾਰਮੂਲਾ ਲੁਕਿਆ ਹੋਇਆ ਹੈ। ਤਾਂ ਆਓ ਪੜ੍ਹਦੇ ਹਾਂ ਉਹਨਾਂ ਦੀ ਇਸ ਅਨਮੋਲ ਕਿਤਾਬ ਨੂੰ। ਅਧਿਆਇ 3, ਤੁਸੀਂ ਕਿੱਥੇ ਰਹਿੰਦੇ ਹੋ? ਤਾਂ ਤੁਸੀਂ ਸਾਲਾਂ ਤੋਂ ਕਰੜੀ ਮਿਹਨਤ ਕਰ ਰਹੇ ਅਤੇ ਤਰੱਕੀ ਦੀ ਪੌੜੀ ਉੱਤੇ ਚੜ੍ਹ ਰਹੇ ਹੋ ਸਕਦਾ ਹੈ ਕਿ ਤੁਸੀਂ ਹੁਣ ਵੀ ਪੌੜੀ ਦੇ ਹੇਠਲੇ ਸਿਰੇ ਦੇ ਨੇੜੇ ਹੀ ਹੋਵੋ ਜਾਂ ਫਿਰ ਆਸ ਕਰਕੇ ਸਿਖਰ ਦੇ ਨੇੜੇ ਪੁੱਜਣ ਵਿੱਚ ਕਾਮਯਾਬ ਹੋ ਗਏ ਹੋ। ਉਦਾਂ ਮਹੱਤਵਪੂਰਨ ਇਹ ਨਹੀਂ ਹੈ ਕਿ ਤੁਸੀਂ ਪੌੜੀ ਉੱਤੇ ਕਿੱਥੇ ਹੋ। ਮਹੱਤਵਪੂਰਨ ਸਵਾਲ ਤਾਂ ਉਹ ਹੈ ਜਿਸ ਨੂੰ ਤੁਸੀਂ ਪੌੜੀ ਉੱਤੇ ਚੜ੍ਹਨ ਦੇ ਕੰਮ ਵਿੱਚ ਇੰਨੀ ਸਾਰੀ ਮਿਹਨਤ ਅਤੇ ਸਮਾਂ ਲਗਾਉਣ ਤੋਂ ਪਹਿਲਾਂ ਪੁੱਛਣਾ ਭੁੱਲ ਗਏ, ਤੁਸੀਂ ਪੌੜੀ ਕਿੱਥੇ ਰੱਖੀ ਹੈ। ਜਿਵੇਂ ਸਟੀਫਨ ਆਰ ਕੋਵੇ ਨੇ ਦੱਸਿਆ ਹੈ, ਜੇਕਰ ਪੌੜੀ ਗਲਤ ਕੰਧ ਨਾਲ ਟਿਕੀ ਹੋਈ ਹੈ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਉਸ ਉੱਤੇ ਕਿੰਨੀ ਤੇਜ਼ੀ ਨਾਲ ਚੜ੍ਹਦੇ ਹੋ ਜਾਂ ਕਿੰਨੀ ਉਚਾਈ ਤੇ ਪੁੱਜਣ ਵਿੱਚ ਕਾਮਯਾਬ ਹੁੰਦੇ ਹੋ। ਇਸ ਅਧਿਆਇ ਦਾ ਉਦੇਸ਼ ਇਹ ਹੈ ਕਿ ਤੁਸੀਂ ਬਸ 1 ਮਿੰਟ ਲਈ ਪੌੜੀ ਉੱਤੇ ਚੜ੍ਹਨਾ ਛੱਡ ਦਿਓ। ਜਿਸ ਪਾਏਦਾਨ ਤੇ ਹੋ ਉੱਥੇ ਹੀ ਰੁਕ ਜਾਓ ਅਤੇ ਗੌਰ ਨਾਲ ਦੇਖੋ ਕਿ ਤੁਹਾਡੀ ਪੌੜੀ ਕਿੱਥੇ ਰੱਖੀ ਹੈ ਅਤੇ ਜਿੱਥੇ ਹੈ। ਜੇਕਰ ਤੁਸੀਂ ਉਸ ਥਾਂ ਨਾਲ ਖੁਸ਼ ਨਹੀਂ ਹੋ ਤਾਂ ਇਹ ਪਤਾ ਲਾਓ ਕਿ ਤੁਸੀਂ ਉੱਥੋਂ ਹਟ ਕੇ ਕਿਹੜੀ ਕੰਧ ਨਾਲ ਟਿਕਣਾ ਚਾਹੁੰਦੇ ਹੋ। ਤੁਸੀਂ ਜਿਹੜਾ ਪੈਸਾ ਬਣਾਉਂਦੇ ਹੋ ਉਹ ਕਿਵੇਂ ਬਣਾਉਂਦੇ ਹੋ? ਜ਼ਿਆਦਾਤਰ ਲੋਕ ਇਹ ਮੰਨਦੇ ਹਨ ਕਿ ਉਹਨਾਂ ਦੀ ਆਰਥਿਕ ਸਥਿਤੀ ਇਸ ਗੱਲ ਨਾਲ ਪਤਾ ਚੱਲਦੀ ਹੈ ਕਿ ਉਹ ਕਿੰਨਾ ਜ਼ਿਆਦਾ ਕਮਾਉਂਦੇ ਹਨ ਜਾਂ ਉਹਨਾਂ ਦੇ ਕੋਲ ਕਿੰਨੀ ਸੰਪਤੀ ਹੈ ਜਾਂ ਇਹਨਾਂ ਦੋਨਾਂ ਦਾ ਕੋਈ ਤਾਲਮੇਲ। ਬੇਸ਼ੱਕ ਆਰਥਿਕ ਸਥਿਤੀ ਦੇ ਸਮੀਕਰਨ ਵਿੱਚ ਇਹ ਦੋਵੇਂ ਗੱਲਾਂ ਹੀ ਕੁਝ ਹੱਦ ਤੱਕ ਸ਼ਾਮਲ ਹਨ। ਫੋਰਬਸ ਮੈਗਜ਼ੀਨ ਅਨੁਸਾਰ ਅਮੀਰ ਉਹ ਹੁੰਦਾ ਹੈ ਜਿਹੜਾ ਹਰ ਸਾਲ $10 ਲੱਖ ਤੋਂ ਜ਼ਿਆਦਾ ਕਮਾਉਂਦਾ ਹੈ, ਹਰ ਮਹੀਨੇ ਤਕਰੀਬਨ $83,333 ਜਾਂ ਹਰ ਹਫ਼ਤੇ ਤਕਰੀਬਨ $20,000 ਅਤੇ ਗਰੀਬ ਉਹ ਹੁੰਦਾ ਹੈ ਜਿਹੜਾ ਸਾਰੇ ਸਾਲ ਵਿੱਚ $25,000 ਤੋਂ ਘੱਟ ਕਮਾਉਂਦਾ ਹੈ। ਲੇਕਿਨ ਇਸ ਗੱਲ ਦੀ ਅਣਦੇਖੀ ਨਾ ਕਰੋ ਕਿ ਤੁਹਾਡੀ ਆਮਦਨ ਦੀ ਪ੍ਰਕਿਰਤੀ ਉਸ ਮਾਤਰਾ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ ਸਿਰਫ ਇਹੀ ਮਹੱਤਵਪੂਰਨ ਨਹੀਂ ਹੈ ਕਿ ਤੁਸੀਂ ਕਿੰਨਾ ਜ਼ਿਆਦਾ ਕਮਾਉਂਦੇ ਹੋ, ਬਲਕਿ ਇਹ ਵੀ ਹੈ ਕਿ ਤੁਸੀਂ ਉਸ ਨੂੰ ਕਿਵੇਂ ਕਮਾਉਂਦੇ ਹੋ। ਪੈਸਾ ਆਉਂਦਾ ਕਿੱਥੋਂ ਹੈ? ਦਰਅਸਲ ਕੈਸ਼ ਫਲੋ ਦੇ 4 ਵੱਖਰੇ ਸਰੋਤ ਹੁੰਦੇ ਹਨ। ਹਰ ਸਰੋਤ ਦੂਜੇ ਨਾਲੋਂ ਬਹੁਤ ਅੱਡਰਾ ਹੁੰਦਾ ਹੈ। ਹਰੇਕ ਸਰੋਤ ਇੱਕ ਬਿਲਕੁਲ ਵੱਖਰੀ ਜੀਵਨ ਸ਼ੈਲੀ ਨੂੰ ਪਰਿਭਾਸ਼ਿਤ ਅਤੇ ਨਿਸ਼ਚਿਤ ਕਰਦਾ ਹੈ। ਚਾਹੇ ਤੁਸੀਂ ਕਿੰਨਾ ਹੀ ਪੈਸਾ ਕਮਾਉਂਦੇ ਹੋਵੋ। ਰਿਚ ਡੈਡ ਪੂਅਰ ਡੈਡ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੈਂ ਆਮਦਨ ਦੇ ਇਨ੍ਹਾਂ 4 ਵੱਖਰੇ ਸੰਸਾਰਾਂ ਦੀ ਵਿਆਖਿਆ ਕਰਨ ਲਈ ਇੱਕ ਪੁਸਤਕ ਲਿਖੀ। ਕਈ ਲੋਕਾਂ ਦਾ ਮੰਨਣਾ ਹੈ ਕਿ ਕੈਸ਼ ਫਲੋ ਕੁਆਡਰੈਂਟਾਂ ਦੀ ਇਹ ਪੁਸਤਕ ਮੇਰੇ ਵੱਲੋਂ ਲਿਖੀ ਗਈ ਸਭ ਤੋਂ ਮਹੱਤਵਪੂਰਨ ਪੁਸਤਕ ਹੈ। ਕਾਰਨ ਇਹ ਹੈ ਕਿ ਇਹ ਪੁਸਤਕ ਉਹਨਾਂ ਮੁੱਦਿਆਂ ਦੀ ਤਹਿ ਤੱਕ ਜਾਂਦੀ ਹੈ ਜਿਨ੍ਹਾਂ ਨੂੰ ਸਮਝਣਾ ਉਹਨਾਂ ਲੋਕਾਂ ਲਈ ਜ਼ਰੂਰੀ ਹੈ ਜਿਹੜੇ ਆਪਣੇ ਜੀਵਨ ਵਿੱਚ ਸੱਚੀ ਤਬਦੀਲੀ ਲਿਆਉਣ ਲਈ ਤਿਆਰ ਹਨ। ਕੈਸ਼ ਫਲੋ ਕੁਆਡਰੈਂਟ ਦਾ ਅਰਥ ਹੈ ਨਗਦ ਆਮਦਨ ਨੂੰ ਉਤਪੰਨ ਕਰਨ ਵਾਲੇ ਭਿੰਨ ਸਰੋਤ। ਮਿਸਾਲ ਲਈ, ਇੱਕ ਕਰਮਚਾਰੀ ਨੌਕਰੀ ਵਿੱਚ ਕਿਸੇ ਹੋਰ ਵਿਅਕਤੀ ਜਾਂ ਕੰਪਨੀ ਲਈ ਕੰਮ ਕਰਕੇ ਪੈਸਾ ਕਮਾਉਂਦਾ ਹੈ। ਸੈਲਫ ਇੰਪਲੋਇਡ ਲੋਕ ਆਪਣੇ ਲਈ ਕੰਮ ਕਰਕੇ ਪੈਸੇ ਕਮਾਉਂਦੇ ਹਨ, ਚਾਹੇ ਉਹ ਇਕੱਲੇ ਕੰਮ ਕਰਨ ਜਾਂ ਆਪਣੇ ਨਿੱਕੇ ਜਿਹੇ ਵਪਾਰ ਰਾਹੀਂ। ਕਾਰੋਬਾਰ ਦਾ ਮਾਲਕ ਆਮਦਨ ਪ੍ਰਦਾਨ ਕਰਨ ਵਾਲੀ ਕਿਸੇ ਵੱਡੀ ਕੰਪਨੀ ਦਾ ਸੁਆਮੀ ਹੁੰਦਾ ਹੈ, ਜਿਸ ਦੀ ਆਮ ਪਰਿਭਾਸ਼ਾ ਇਹ ਹੈ ਕਿ ਉਸ ਵਿੱਚ 500 ਜਾਂ ਇਸ ਤੋਂ ਵੱਧ ਕਰਮਚਾਰੀ ਕੰਮ ਕਰਦੇ ਹੋਣ। ਨਿਵੇਸ਼ਕ ਆਪਣੇ ਵਿਭਿੰਨ ਨਿਵੇਸ਼ਾਂ ਨਾਲ ਧਨ ਕਮਾਉਂਦੇ ਹਨ, ਦੂਜੇ ਸ਼ਬਦਾਂ ਵਿੱਚ ਪੈਸੇ ਅਤੇ ਜ਼ਿਆਦਾ ਪੈਸੇ ਉਤਪੰਨ ਕਰਦੇ ਹਨ। ਇੰਪਲੋਈਜ਼ ਕਰਮਚਾਰੀ, ਸੈਲਫ ਇੰਪਲੋਇਡ ਛੋਟਾ ਵਪਾਰੀ, ਬਿਜ਼ਨਸਮੈਨ ਕਾਰੋਬਾਰ ਦਾ ਮਾਲਕ, ਇਨਵੈਸਟਰ ਨਿਵੇਸ਼ਕ। ਤੁਸੀਂ ਕਿਹੜੇ ਕੁਆਡਰੈਂਟ ਵਿੱਚ ਰਹਿੰਦੇ ਹੋ? ਦੂਜੇ ਸ਼ਬਦਾਂ ਵਿੱਚ ਆਪਣੇ ਗੁਜ਼ਾਰੇ ਲਈ ਜ਼ਿਆਦਾਤਰ ਆਮਦਨ ਤੁਹਾਨੂੰ ਕਿਹੜੇ ਕੁਆਡਰੈਂਟ ਤੋਂ ਪ੍ਰਾਪਤ ਹੁੰਦੀ ਹੈ? ਕੁਆਡਰੈਂਟ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਕੁਆਡਰੈਂਟ ਦੇ ਅੰਦਰੋਂ ਹੀ ਸਿੱਖਦੇ ਹਨ, ਜਿਉਂਦੇ ਹਨ, ਪ੍ਰੇਮ ਕਰਦੇ ਹਨ ਅਤੇ ਇਸ ਦੁਨੀਆ ਤੋਂ ਵਿਦਾ ਹੋ ਜਾਂਦੇ ਹਨ। ਸਾਡੀ ਸਿੱਖਿਆ ਪ੍ਰਣਾਲੀ ਅਤੇ ਸੱਭਿਆਚਾਰ ਵਿੱਚ ਪੈਦਾ ਹੋਣ ਤੋਂ ਆਰੰਭ ਹੋ ਕੇ ਮਰਨ ਤੱਕ ਸਾਨੂੰ ਇਹੋ ਸਿੱਖਣ ਨੂੰ ਮਿਲਦਾ ਹੈ ਕਿ ਅਸੀਂ ਕੁਆਡਰੈਂਟ ਦੇ ਅੰਦਰ ਕਿਵੇਂ ਜੀਵੀਏ। ਇਸ ਸੰਸਾਰ ਦਾ ਕਾਰਜਕਾਰੀ ਦਰਸ਼ਨ ਉਹੀ ਹੈ ਜਿਹੜਾ ਮੇਰੇ ਗਰੀਬ ਡੈਡੀ, ਮੇਰੇ ਅਸਲੀ ਪਿਤਾ ਜੀ ਨੇ ਮੈਨੂੰ ਸਿਖਾਇਆ ਸੀ ਅਤੇ ਜਿਹੜਾ ਵੱਡੇ ਹੋਣ ਸਮੇਂ ਸ਼ਾਇਦ ਤੁਸੀਂ ਵੀ ਸਿੱਖਿਆ ਹੋਵੇਗਾ। ਸਕੂਲ ਜਾਓ, ਜੰਮ ਕੇ ਪੜ੍ਹਾਈ ਕਰੋ, ਚੰਗੇ ਗ੍ਰੇਡ ਲਿਆਓ ਅਤੇ ਕਿਸੇ ਬਿਹਤਰੀਨ ਕੰਪਨੀ ਵਿੱਚ ਵਧੀਆ ਮੁਨਾਫਾ ਦੇਣ ਵਾਲੀ ਕੋਈ ਚੰਗੀ ਜਿਹੀ ਨੌਕਰੀ ਕਰ ਲਵੋ। ਕੁਆਡਰੈਂਟ। ਕੁਝ ਲੋਕ ਜ਼ਿਆਦਾਤਰ ਸੁਤੰਤਰਤਾ ਦੇ ਚਾਹਵੰਦ ਹੁੰਦੇ ਹਨ ਅਤੇ ਆਪਣਾ ਜੀਵਨ ਆਪਣੇ ਹਿਸਾਬ ਨਾਲ ਜਿਉਂਦੇ ਹਨ। ਇਸ ਇੱਛਾ ਨਾਲ ਪ੍ਰੇਰਿਤ ਹੋ ਕੇ ਬਹੁਤ ਸਾਰੇ ਲੋਕ ਕੁਆਡਰੈਂਟ ਨੂੰ ਛੱਡ ਕੇ ਕੁਆਡਰੈਂਟ ਵਿੱਚ ਹਿਜਰਤ ਜਾਂ ਪ੍ਰਵਾਸ ਕਰਦੇ ਹਨ। ਇਹ ਉਹ ਥਾਂ ਹੈ ਜਿੱਥੇ ਲੋਕ ਆਪਣੇ ਦਮ ਤੇ ਕੁਝ ਕਰਨ ਅਤੇ ਅਮਰੀਕੀ ਸੁਪਨੇ ਨੂੰ ਸਾਕਾਰ ਕਰਨ ਦਾ ਨਿਰਣਾ ਲੈਂਦੇ ਹਨ। ਕੁਆਡਰੈਂਟ ਵਿੱਚ ਆਮਦਨ ਦੇ ਢੇਰ ਸਾਰੇ ਜ਼ਰੀਏ ਹੁੰਦੇ ਹਨ। ਜੀਵਨ ਦੀ ਸ਼ੁਰੂਆਤ ਕਰ ਰਹੇ ਕਿਸ਼ੋਰ ਅਵਸਥਾ ਦੇ ਫ੍ਰੀਲਾਂਸ ਬੇਬੀ ਸਿਟਰ ਅਤੇ ਲੈਂਡਸਕੇਪਰ ਤੋਂ ਲੈ ਕੇ ਉੱਚੀ ਆਮਦਨ ਵਾਲੇ ਵਕੀਲ, ਸਲਾਹਕਾਰ ਅਤੇ ਪਬਲਿਕ ਬੁਲਾਰੇ ਤੱਕ ਦੇ ਸਾਰੇ
ਲੋਕ ਇਸ ਕੁਆਡਰੈਂਟ ਵਿੱਚ ਆਉਂਦੇ ਹਨ। ਲੇਕਿਨ ਤੁਸੀਂ ਭਾਵੇਂ $8 ਪ੍ਰਤੀ ਘੰਟਾ ਕਮਾ ਰਹੇ ਹੋ ਜਾਂ $80 ਹਰੇਕ ਸਾਲ, ਇਸ ਕੁਆਡਰੈਂਟ ਆਮ ਤੌਰ ਤੇ ਇੱਕ ਸੁਨਹਿਰਾ ਜਾਲ ਹੁੰਦਾ ਹੈ। ਨੌਕਰੀ ਛੱਡਣ ਵੇਲੇ ਸ਼ਾਇਦ ਤੁਸੀਂ ਸੋਚਿਆ ਹੋਵੇਗਾ ਕਿ ਤੁਸੀਂ ਆਪਣੇ ਬੌਸ ਦੇ ਚੰਗਲ ਤੋਂ ਛੁਟਕਾਰਾ ਪਾ ਰਹੇ ਹੋ, ਪਰ ਅਸਲ ਵਿੱਚ ਹੋਇਆ ਇਹ ਕਿ ਤੁਸੀਂ ਸਿਰਫ ਬੌਸ ਬਦਲਿਆ ਹੈ। ਸਹੀ ਮਾਇਨਿਆਂ ਵਿੱਚ ਤੁਸੀਂ ਹੁਣ ਵੀ ਕਰਮਚਾਰੀ ਹੋ। ਇਕਲੌਤਾ ਫਰਕ ਇਹ ਹੈ ਕਿ ਹੁਣ ਜਦੋਂ ਤੁਸੀਂ ਆਪਣੀਆਂ ਸਮੱਸਿਆਵਾਂ ਲਈ ਆਪਣੇ ਬੌਸ ਨੂੰ ਦੋਸ਼ ਦੇਣਾ ਚਾਹੁੰਦੇ ਹੋ ਤਾਂ ਉਹ ਬੌਸ ਤੁਸੀਂ ਆਪ ਹੁੰਦੇ ਹੋ। ਇਸ ਕੁਆਡਰੈਂਟ ਵਿੱਚ ਜਿਉਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਇਸ ਵਿੱਚ ਤੁਹਾਨੂੰ ਕੋਈ ਧੰਨਵਾਦ ਨਹੀਂ ਦਿੰਦਾ। ਇੱਥੇ ਹਰ ਕੋਈ ਤੁਹਾਡੇ ਉੱਤੇ ਹੱਥ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਰਕਾਰ ਤੁਹਾਨੂੰ ਛਿੱਲਦੀ ਹੈ, ਗਾਹਕ ਤੁਹਾਨੂੰ ਚੂਨਾ ਲਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਤੁਹਾਡਾ ਪਰਿਵਾਰ ਤੁਹਾਡੀ ਨੁਕਤਾਚੀਨੀ ਕਰਦਾ ਹੈ ਕਿਉਂਕਿ ਤੁਸੀਂ ਕੰਮ ਨਾਲੋਂ ਕਦੇ ਵੀ ਛੁੱਟੀ ਨਹੀਂ ਲੈਂਦੇ। ਤੁਸੀਂ ਲੈ ਵੀ ਕਿਵੇਂ ਸਕਦੇ ਹੋ ਜੇਕਰ ਤੁਸੀਂ ਛੁੱਟੀ ਲਈ, ਕਿਉਂਕਿ ਜੇਕਰ ਤੁਸੀਂ ਖਾਲੀ ਬੈਠੇ ਤਾਂ ਕਾਰੋਬਾਰ ਵਿੱਚੋਂ ਆਮਦਨ ਨਹੀਂ ਹੋਵੇਗੀ। ਸਹੀ ਮਾਇਨਿਆਂ ਵਿੱਚ ਇਸ ਦਾ ਅਰਥ ਹੁੰਦਾ ਹੈ ਗੁਲਾਮੀ, ਸਲੇਵਰੀ। ਅਸਲ ਵਿੱਚ ਤੁਸੀਂ ਆਪਣੇ ਕਾਰੋਬਾਰ ਦੇ ਮਾਲਕ ਨਹੀਂ ਹੁੰਦੇ, ਤੁਹਾਡਾ ਕਾਰੋਬਾਰ ਤੁਹਾਡਾ ਮਾਲਕ ਹੈ। ਬੀ ਕੁਆਡਰੈਂਟ ਉਹ ਥਾਂ ਹੈ ਜਿੱਥੇ ਲੋਕ ਵੱਡੀਆਂ ਕੰਪਨੀਆਂ ਖੜੀਆਂ ਕਰਦੇ ਹਨ। ਇਸ ਕਾਰੋਬਾਰ ਅਤੇ ਬੀ ਕਾਰੋਬਾਰ ਵਿੱਚ ਅੰਤਰ ਇਹੀ ਹੁੰਦਾ ਹੈ ਕਿ ਆਪਣੇ ਇਸ ਕਾਰੋਬਾਰ ਲਈ ਤੁਸੀਂ ਕੰਮ ਕਰਦੇ ਹੋ ਜਦੋਂ ਕਿ ਬੀ ਕਾਰੋਬਾਰ ਤੁਹਾਡੇ ਲਈ ਕੰਮ ਕਰਦਾ ਹੈ। ਮੇਰੇ ਕੋਲ ਕਈ ਬੀ ਕਾਰੋਬਾਰ ਹਨ ਜਿਨ੍ਹਾਂ ਵਿੱਚ ਨਿਰਮਾਣ, ਰੀਅਲ ਅਸਟੇਟ, ਖਨਨ ਕੰਪਨੀਆਂ ਅਤੇ ਹੋਰ ਕਈ ਕਾਰੋਬਾਰ ਸ਼ਾਮਲ ਹਨ। ਜਿਹੜੇ ਲੋਕ ਬੀ ਕੁਆਡਰੈਂਟ ਵਿੱਚ ਜਿਉਂਦੇ ਅਤੇ ਕੰਮ ਕਰਦੇ ਹਨ ਉਹਨਾਂ ਉੱਤੇ ਮੰਦੀ ਦਾ ਖਾਸ ਅਸਰ ਨਹੀਂ ਹੁੰਦਾ ਕਿਉਂਕਿ ਆਪਣੀ ਆਮਦਨੀ ਦੇ ਸਰੋਤ ਉੱਤੇ ਉਹਨਾਂ ਦਾ ਪੂਰਾ ਕਾਬੂ ਰਹਿੰਦਾ ਹੈ। ਆਈ ਕੁਆਡਰੈਂਟ ਇਹ ਰਾਕਟ ਵਿਗਿਆਨ ਨਹੀਂ ਹੈ। ਮੇਰੇ ਅਮੀਰ ਡੈਡੀ ਨੇ ਮੋਨੋਪੋਲੀ ਕਾਰੋਬਾਰ ਖੇਡ ਦੇ ਜ਼ਰੀਏ ਮੈਨੂੰ ਆਈ ਕੁਆਡਰੈਂਟ ਵਿੱਚ ਜਿਉਣਾ ਸਿਖਾਇਆ ਸੀ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ। 4 ਹਰੇ ਮਕਾਨ, 1 ਲਾਲ ਹੋਟਲ, 4 ਹਰੇ ਮਕਾਨ, 1 ਲਾਲ ਹੋਟਲ। ਨੌਕਰੀਆਂ ਬਦਲਣ ਦਾ ਅਰਥ ਕੁਆਡਰੈਂਟ ਬਦਲਣਾ ਨਹੀਂ ਹੈ। ਹੁਣ ਜਰਾ ਮੈਨੂੰ ਇਹ ਸਪਸ਼ਟ ਕਰਨ ਦਿਓ ਕਿ ਇਹਨਾਂ ਕੁਆਡਰੈਂਟ ਨੂੰ ਸਮਝਣਾ ਇੰਨਾ ਮਹੱਤਵਪੂਰਨ ਕਿਉਂ ਹੈ। ਤੁਸੀਂ ਕਿੰਨੀ ਵਾਰ ਦੇਖਿਆ ਹੈ ਕਿ ਕੋਈ ਵਿਅਕਤੀ ਆਪਣੀ ਨੌਕਰੀ ਬਾਰੇ ਸ਼ਿਕਾਇਤ ਕਰਦਾ ਹੈ, ਫਿਰ ਉਹ ਨੌਕਰੀ ਬਦਲ ਲੈਂਦਾ ਹੈ, ਲੇਕਿਨ ਕੁਝ ਸਾਲਾਂ ਬਾਅਦ ਤੁਹਾਨੂੰ ਦੁਬਾਰਾ ਉਹੀ ਪੁਰਾਣੀ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਹਨ। ਮੈਂ ਕਾਫੀ ਸਮੇਂ ਤੋਂ ਕਰੜੀ ਮਿਹਨਤ ਕਰ ਰਿਹਾ ਹਾਂ ਲੇਕਿਨ ਮੈਂ ਅੱਗੇ ਹੀ ਨਹੀਂ ਵੱਧ ਪਾ ਰਿਹਾ। ਜਦੋਂ ਵੀ ਮੇਰੀ ਤਨਖਾਹ ਵੱਧਦੀ ਹੈ ਹਰ ਵਾਰ ਟੈਕਸ ਅਤੇ ਖਰਚ ਵੱਧ ਜਾਣ ਕਾਰਨ ਇਹ ਬਰਾਬਰ ਹੋ ਜਾਂਦੀ ਹੈ। ਮੈਂ ਇਹ ਕਰਨਾ ਚਾਹਾਂਗਾ, ਮੈਂ ਉਹ ਕਰਨਾ ਚਾਹਾਂਗਾ, ਲੇਕਿਨ ਜ਼ਿੰਦਗੀ ਦੇ ਇਸ ਦੌਰ ਵਿੱਚ ਦੁਬਾਰਾ ਕਾਲਜ ਜਾ ਕੇ ਕੋਈ ਨਵਾਂ ਕਿੱਤਾ ਨਹੀਂ ਸਿੱਖ ਸਕਦਾ। ਇਹ ਨੌਕਰੀ ਘਟੀਆ ਹੈ, ਮੇਰਾ ਬੌਸ ਘਟੀਆ ਹੈ, ਜੀਵਨ ਘਟੀਆ ਹੈ ਇਤਿਆਦ। ਇਹ ਅਤੇ ਇਨ੍ਹਾਂ ਵਰਗੀਆਂ ਦਰਜਨਾਂ ਹੋਰ ਗੱਲਾਂ ਦੱਸਦੀਆਂ ਹਨ ਕਿ ਉਹ ਵਿਅਕਤੀ ਫਸਿਆ ਹੋਇਆ ਹੈ। ਉਂਝ ਦਰਅਸਲ ਉਹ ਕਿਸੇ ਖਾਸ ਨੌਕਰੀ ਵਿੱਚ ਨਹੀਂ ਬਲਕਿ ਇੱਕ ਖਾਸ ਕੁਆਡਰੈਂਟ ਦੇ ਚੰਗੁਲ ਵਿੱਚ ਫਸਿਆ ਹੋਇਆ ਹੈ। ਸਮੱਸਿਆ ਇਹ ਹੁੰਦੀ ਹੈ ਕਿ ਜ਼ਿਆਦਾਤਰ ਮੌਕਿਆਂ ਸਮੇਂ ਜਦੋਂ ਲੋਕ ਆਪਣੇ ਜੀਵਨ ਵਿੱਚ ਸੱਚਮੁੱਚ ਕੋਈ ਤਬਦੀਲੀ ਕਰਦੇ ਹਨ ਤਾਂ ਉਹ ਬਸ ਆਪਣੀ ਨੌਕਰੀ ਹੀ ਬਦਲਦੇ ਹਨ ਜਦੋਂ ਕਿ ਬਦਲਣਾ ਉਹਨਾਂ ਨੂੰ ਕੁਆਡਰੈਂਟ ਚਾਹੀਦਾ ਸੀ। ਜ਼ਿਆਦਾਤਰ ਲੋਕ ਖੱਬੇ ਹੱਥ ਵਾਲੇ ਹਿੱਸੇ ਈ ਅਤੇ ਐਸ ਕੁਆਡਰੈਂਟ ਵਿੱਚ ਹੀ ਰਹਿੰਦੇ ਹਨ। ਇੱਥੇ ਹੀ ਵੱਡੇ ਹੁੰਦੇ ਹਨ ਅਤੇ ਜਿਉਣ ਦੀ ਸਿਖਲਾਈ ਪ੍ਰਾਪਤ ਕਰਦੇ ਹਨ। ਸਾਨੂੰ ਦੱਸਿਆ ਜਾਂਦਾ ਹੈ ਚੰਗੇ ਗ੍ਰੇਡ ਲਿਆਓ ਤਾਂ ਕਿ ਤੁਹਾਨੂੰ ਕੋਈ ਚੰਗੀ ਨੌਕਰੀ ਮਿਲ ਜਾਏ, ਲੇਕਿਨ ਤੁਹਾਡੇ ਗ੍ਰੇਡ ਨਾਲ ਬੀ ਕੁਆਡਰੈਂਟ ਵਿੱਚ ਕੋਈ ਫਰਕ ਨਹੀਂ ਪੈਂਦਾ। ਤੁਹਾਡਾ ਬੈਂਕਰ ਤੁਹਾਡੀ ਰਿਪੋਰਟ ਕਾਰਡ ਨਹੀਂ ਦੇਖਦਾ, ਉਹ ਤਾਂ ਤੁਹਾਡੇ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਦੇਖਣਾ ਚਾਹੁੰਦਾ ਹੈ। ਨੌਕਰੀ ਦੇ ਇਹਨਾਂ ਪੁਰਾਣੇ ਢਾਂਚਿਆਂ ਨੂੰ ਤੋੜਨਾ ਅਤੇ ਆਪਣੀ ਖੁਦ ਦੀ ਆਮਦਨ ਦੇ ਨਵੇਂ ਸਰੋਤਾਂ ਨੂੰ ਉਤਪੰਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਾਅਦ ਹੀ ਤੁਸੀਂ ਆਰਥਿਕ ਤੂਫਾਨ ਨਾਲ ਮੁਕਾਬਲਾ ਕਰਨ ਦੀ ਸਭ ਤੋਂ ਵਧੀਆ ਸਥਿਤੀ ਵਿੱਚ ਆਉਂਦੇ ਹੋ। ਸਿਰਫ ਇਸ ਲਈ ਕਿਉਂਕਿ ਆਪਣੀ ਵਾਰਸ਼ਿਕ ਆਮਦਨ ਨੂੰ ਨਿਸ਼ਚਿਤ ਕਰਨ ਲਈ ਹੁਣ ਤੁਸੀਂ ਕਿਸੇ ਬੌਸ ਜਾਂ ਅਰਥ ਵਿਵਸਥਾ ਉੱਤੇ ਨਿਰਭਰ ਨਹੀਂ ਹੁੰਦੇ। ਹੁਣ ਇਸ ਨੂੰ ਤੁਸੀਂ ਖੁਦ ਹੀ ਤੈਅ ਕਰਦੇ ਹੋ। ਘੱਟੋ ਘੱਟ 80% ਲੋਕ ਇਸ ਰੇਖਾ ਚਿੱਤਰ ਦੇ ਖੱਬੇ ਹਿੱਸੇ ਵਿੱਚ ਜਿਉਂਦੇ ਹਨ, ਖਾਸ ਤੌਰ ਉਤੇ ਈ ਕੁਆਡਰੈਂਟ ਵਿੱਚ। ਸਾਨੂੰ ਸਿਖਾਇਆ ਜਾਂਦਾ ਹੈ ਕਿ ਸਾਨੂੰ ਸੁਰੱਖਿਆ ਇੱਥੇ ਮਿਲੇਗੀ। ਦੂਜੇ ਪਾਸੇ ਸੱਜੇ ਹੱਥ ਦੇ ਹਿੱਸੇ ਬੀ ਅਤੇ ਆਈ ਕੁਆਡਰੈਂਟ ਵਿੱਚ ਸੁਤੰਤਰਤਾ ਦਾ ਵਾਸ ਹੁੰਦਾ ਹੈ। ਜੇਕਰ ਤੁਸੀਂ ਉਸ ਹਿੱਸੇ ਵਿੱਚ ਜਿਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਸੰਭਵ ਬਣਾ ਸਕਦੇ ਹੋ, ਲੇਕਿਨ ਜੇਕਰ ਤੁਸੀਂ ਖੱਬੇ ਹੱਥ ਵਾਲੇ ਹਿੱਸੇ ਦੀ ਤੁਲਨਾਤਮਕ ਸੁਰੱਖਿਆ ਚਾਹੁੰਦੇ ਹੋ ਤਾਂ ਮੈਂ ਇੱਥੇ ਜਿਹੜਾ ਕੁਝ ਦੱਸਣ ਜਾ ਰਿਹਾ ਹਾਂ ਉਹ ਸ਼ਾਇਦ ਤੁਹਾਡੇ ਲਈ ਨਹੀਂ ਹੈ। ਇਹ ਇੱਕ ਇਹੋ ਜਿਹਾ ਨਿਰਣਾ ਹੈ ਜਿਸ ਨੂੰ ਸਿਰਫ ਤੁਸੀਂ ਹੀ ਲੈ ਸਕਦੇ ਹੋ। ਤੁਸੀਂ ਕਿਹੜੇ ਕੁਆਡਰੈਂਟ ਵਿੱਚ ਰਹਿੰਦੇ ਹੋ? ਤੁਸੀਂ ਕਿਹੜੇ ਕੁਆਡਰੈਂਟ ਵਿੱਚ ਰਹਿਣਾ ਚਾਹੁੰਦੇ ਹੋ?